ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਬਾਣੀ ਤੇ ਦਰਸ਼ਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਆਨੰਦਪੁਰ ਸਾਹਿਬ ਦੀ ਧਰਤੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸੈਂਕੜੇ ਸਿੰਘਾਂ ਦਾ ਖੂਨ ਡੁੱਲਿਆ। ਇਸ ਧਰਤੀ ਨੂੰ ਆਬਾਦ ਵੀ ਗੁਰੂ ਸਾਹਿਬਾਨ ਨੇ ਕੀਤਾ ਸੀ ਤੇ ਆਖਰਕਾਰ ਆਨੰਦਗੜ੍ਹ ਕਿਲੇ ਨੂੰ ਜਦੋਂ ਘੇਰਾ ਪਿਆ ਤੇ ਦਸਮ ਪਾਤਸ਼ਾਹ ਇਸ ਕਿਲੇ ਨੂੰ ਛੱਡ ਕੇ ਰਵਾਨਾ ਹੋਏ। ਕਿਲੇ ਨੂੰ ਛੱਡ ਕੇ ਕੁਝ ਹੀ ਦੂਰੀ ਤੇ ਗਏ ਸਨ ਜਦੋਂ ਮੁਗਲ ਫੌਜਾਂ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਤੋੜ ਕੇ ਹਮਲਾ ਬੋਲ ਦਿੱਤਾ। ਬਾਅਦ ਦੇ ਵਿੱਚ ਸਾਕਾ ਚਮਕੌਰ ਵੀ ਵਾਪਰਦਾ ਹੈ, ਸਾਕਾ ਸਰਹੰਦ ਵੀ ਵਾਪਰਦਾ ਹੈ। ਇਸ ਕਿਲੇ ਦੀ ਕੀ ਦਾਸਤਾਨ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦਗੜ੍ਹ ਕਿਲਾ ਜਿਸ ਦੀ ਸਿੱਖ ਇਤਿਹਾਸ ਵਿੱਚ ਬਹੁਤ ਮਹਾਨਤਾ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਮੈਂ ਚਾਹਾਂਗਾ ਕਿ ਆਨੰਦਗੜ੍ਹ ਕਿਲੇ ਬਾਰੇ ਵੀ ਸਾਨੂੰ ਦੱਸੋ ਤੇ ਨਾਲ ਨਾਲ ਸਾਨੂੰ ਆਨੰਦਗੜ੍ਹ ਕਿਲੇ ਦੇ ਦਰਸ਼ਨ ਕਰਾਓ। ਇੱਥੇ ਜਦੋਂ ਗੁਰੂ ਸਾਹਿਬ ਰਹੇ ਇਸ ਪਾਵਨ ਪਵਿੱਤਰ ਸਥਾਨ ਤੇ ਕਿੰਨਾ ਕੁ ਸਮਾਂ ਗੁਰੂ ਸਾਹਿਬ ਇਸ ਧਰਤੀ ਤੇ ਰਹੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਸ ਰਣਨੀਤੀ ਦੇ ਤਹਿਤ ਇਸ ਆਨੰਦਗੜ੍ਹ ਕਿਲੇ ਨੂੰ ਛੱਡਿਆ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜੀ ਇੱਥੇ ਆਨੰਦਪੁਰ ਸਾਹਿਬ ਦੀ ਹਿਫਾਜ਼ਤ ਦੇ ਲਈ 5 ਕਿਲੇ ਤਿਆਰ ਕਰਵਾਏ। ਗੁਰੂ ਸਾਹਿਬ ਜੀ ਨੇ ਸਭ ਤੋਂ ਵੱਡਾ ਕਿਲਾ, ਮੇਨ ਕਿਲਾ ਆਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਗੁਰੂ ਸਾਹਿਬ ਜੀ ਨੇ ਇਹ 5 ਕਿਲੇ ਰਚੇ ਨੇ। ਔਰ ਆਨੰਦਪੁਰ ਸਾਹਿਬ ਦੀ ਨਗਰੀ ਨੂੰ ਹਿਫਾਜ਼ਤ ਰੱਖਣ ਦੇ ਲਈ ਦੂਰ ਦੂਰ ਤੱਕ ਇਹਨਾਂ ਕਿਲਿਆਂ ਤੋਂ ਨਜ਼ਰ ਜਾਂਦੀ ਸੀ ਦੁਸ਼ਮਣ ਦੇ ਉੱਪਰ ਕਿ ਦੁਸ਼ਮਣ ਕੀ ਹਰਕਤਾਂ ਕਰ ਰਿਹਾ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਲੰਮਾ ਸਮਾਂ ਇਸ ਵੱਡੇ ਕਿਲੇ ਦੇ ਅੰਦਰ, ਕਿਲਾ ਆਨੰਦਗੜ੍ਹ ਸਾਹਿਬ ਦੇ ਅੰਦਰ ਰਿਹਾਇਸ਼ ਵੀ ਰੱਖੀ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਉਹ ਮਰਜ਼ੀਵੜੇ ਜੁਝਾਰੂ ਸਿੰਘ ਵੀ ਰਹਿੰਦੇ ਰਹੇ ਨੇ। ਜਦੋਂ ਆਨੰਦਪੁਰ ਸਾਹਿਬ ਨੂੰ ਲੰਮਾ ਸਮਾਂ ਪਹਾੜੀ ਰਾਜਿਆਂ ਨੇ ਸਨ 1700 ਦੇ ਅੰਦਰ ਵੀ ਇਸ ਨੂੰ ਘੇਰਾ ਪਾ ਕਰਕੇ ਰੱਖਿਆ, ਜਦੋਂ ਉਹਨਾਂ ਨੂੰ ਮੁਹਿੰਮ ਸਰ ਹੁੰਦੀ ਨਾ ਦਿਸੀ ਤੇ ਉਹਨਾਂ ਨੇ ਕਿਲਾ ਲੋਹਗੜ੍ਹ ਦੇ ਉੱਪਰ ਵੀ ਹਮਲਾ ਕੀਤਾ ਕਿ ਕਿਲਾ ਲੋਹਗੜ੍ਹ ਦੇ ਅੰਦਰ ਗੁਰੂ ਸਾਹਿਬ ਜੀ ਦੇ ਸ਼ਸਤਰ ਤਿਆਰ ਹੁੰਦੇ ਨੇ ਤੇ ਕਿਉਂ ਨਾ ਉਹ ਕਿਲਾ ਲੋਹਗੜ੍ਹ ਦੇ ਉੱਪਰ ਕਬਜ਼ਾ ਕੀਤਾ ਜਾਵੇ। ਤੇ ਜੇ ਅਸੀਂ ਕਿਲਾ ਲੋਹਗੜ੍ਹ ਦੇ ਉੱਪਰ ਕਬਜ਼ਾ ਕਰ ਲੈਂਦੇ ਹਾਂ ਤੇ ਅੰਦਰ ਜੋ ਥੋੜੇ ਬਹੁਤੇ ਸਿੰਘ ਨੇ ਉਹਨਾਂ ਨੂੰ ਇਸੇ ਹੱਥੋਂ ਫੜ ਕੇ ਖਤਮ ਕਰ ਦੇਵਾਂਗੇ, ਕਿਲੇ ਦੇ ਉੱਪਰ ਕਾਬਜ਼ ਹੋਵਾਂਗੇ। ਇਸ ਰਣਨੀਤੀ ਦੇ ਤਹਿਤ ਪਹਾੜੀ ਰਾਜਿਆਂ ਨੇ ਇੱਕ ਖੂਨੀ ਹਾਥੀ ਨੂੰ ਸ਼ਰਾਬ ਪਿਲਾ ਕਰਕੇ, ਮਦ-ਮਸਤ ਹਾਥੀ ਨੂੰ ਪ੍ਰੇਰਨਾ ਕਰਕੇ ਲਿਆਂਦਾ ਔਰ ਕਿਲਾ ਲੋਹਗੜ੍ਹ ਦੇ ਦਰਵਾਜ਼ੇ ਦੇ ਵਿੱਚ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਏਗਾ। ਇਹ ਖਬਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇਸੇ ਕਿਲੇ ਦੇ ਅੰਦਰ, ਕਿਲਾ ਆਨੰਦਗੜ੍ਹ ਦੇ ਅੰਦਰ ਪ੍ਰਾਪਤ ਹੋਈ। ਰਾਤ ਦਾ ਸਮਾਂ ਸੀ। ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕੀ ਹੋਇਆ ਜੇ ਪਹਾੜੀਆਂ ਦਾ ਹਾਥੀ ਗੁਰੂ ਘਰ ਤੇ ਚੜ੍ਹਾਈ ਕਰਕੇ ਆ ਰਿਹਾ ਹੈ, ਪਹਾੜੀਆਂ ਦੇ ਆ ਰਹੇ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਹਾਥੀ ਦੁਨੀ ਚੰਦ। ਉਹ ਇਹ ਗੁੱਝੀਆਂ ਰਮਜਾਂ ਨੂੰ ਨਹੀਂ ਸਮਝ ਸਕਿਆ। ਉਹ ਰਾਤੋਂ ਰਾਤ ਆਪਣੇ ਸਾਥੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਸੇ ਕਿਲਾ ਆਨੰਦਗੜ੍ਹ ਦੀ ਕੰਧ ਟੱਪ ਕਰਕੇ ਚਲਾ ਗਿਆ ਸੀ। ਡਿੱਗਦਿਆਂ ਦੀ ਉਹਦੀ ਲੱਤ ਟੁੱਟ ਗਈ। ਸਾਥੀਆਂ ਨੇ ਚੁੱਕ ਕੇ ਨਗਰ ਮਜੀਠੇ ਪਹੁੰਚਾ ਦਿੱਤਾ। ਉੱਥੇ ਜਾ ਕੇ ਸੱਪ ਲੜ ਕੇ ਉਹਦੀ ਮੌਤ ਹੋ ਗਈ। ਬਾਅਦ ਦੇ ਵਿੱਚ ਗੁਰੂ ਸਾਹਿਬ ਦਾ ਸਿੱਖ ਭਾਈ ਬਚਿੱਤਰ ਸਿੰਘ ਉੱਠਿਆ, ਉਸਨੇ ਨਾਗਣੀ ਦੇ ਨਾਲ ਜਿਹੜਾ ਸੀ ਉਹ ਹਾਥੀ ਤੇ ਵਾਰ ਕੀਤਾ, ਹਾਥੀ ਵੀ ਮਾਰਿਆ ਗਿਆ ਤੇ ਮੁਗਲ ਫੌਜਾਂ ਨੂੰ ਲਤਾੜਦਾ ਹੋਇਆ ਹਾਥੀ ਜਿਹੜਾ ਸੀ ਉਹ ਅੱਗੇ ਵਧਿਆ। ਬਹੁਤ ਸਾਰਾ ਮੁਗਲ ਫੌਜਾਂ ਦਾ ਨੁਕਸਾਨ ਹੋਇਆ। ਮੈਂ ਚਾਹਾਂਗਾ ਕਿ ਆਪਾਂ ਗੱਲਬਾਤ ਵੀ ਜਾਰੀ ਰੱਖਾਂਗੇ, ਨਾਲ ਨਾਲ ਇਹ ਜਿਹੜਾ ਕਿਲਾ ਹੈ ਇਸ ਦੇ ਵੀ ਤੁਸੀਂ ਦਰਸ਼ਨ ਕਰਾਓ। ਇਹ ਆਨੰਦਗੜ੍ਹ ਸਾਹਿਬ ਸਭ ਤੋਂ ਵੱਡਾ ਕਿਲਾ ਹੈ, ਮੇਨ ਕਿਲਾ ਹੈ ਜੀ। ਇੱਥੇ ਗੁਰੂ ਸਾਹਿਬ ਜੀ ਨੇ ਆਪਣੀਆਂ ਫੌਜਾਂ ਰੱਖੀਆਂ, ਆਪਣੇ ਉਹ ਕੀਮਤੀ ਹਾਥੀ, ਕੀਮਤੀ ਘੋੜੇ ਗੁਰੂ ਸਾਹਿਬ ਜੀ ਨੇ ਇਸ ਕਿਲੇ ਦੇ ਅੰਦਰ ਰੱਖੇ ਸਨ, ਜਿਨ੍ਹਾਂ ਵਿੱਚੋਂ ਪ੍ਰਸ਼ਾਦੀ ਹਾਥੀ ਜੋ ਰਾਜਾ ਰਤਨ ਚੰਦ ਜੀ ਨੇ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਸੀ, ਅਸਾਮ ਦੇ ਰਹਿਣ ਵਾਲੇ ਨੇ। ਔਰ ਉਹ ਪ੍ਰਸਾਦੀ ਹਾਥੀ ਵੀ ਇਸੇ ਸਥਾਨ ਤੇ ਲੰਮਾ ਸਮਾਂ ਰਿਹਾ। ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਖਾਧੀਆਂ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਭਾਵੇਂ ਪ੍ਰੋਹਤ ਦੇ ਥਰੂ ਆ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਕਿਲਾ ਛੱਡ ਕਰਕੇ ਕਿਸੇ ਸੇਫ ਜਗ੍ਹਾ ਤੇ ਚਲੇ ਜਾਓ। ਔਰ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਸਿੰਘਾਂ ਨੇ ਵੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਾਂ ਕਿਲਾ ਛੱਡ ਕਰਕੇ ਚਲੇ ਜਾਈਏ। ਕੁਰਾਨ ਦੀਆਂ ਖਸਮਾਂ ਤੋਂ ਮੁਗਲੀਆ ਫੌਜ ਨੇ ਖਾਧੀਆਂ ਨੇ। ਔਰ ਉਸ ਸਮੇਂ ਜਦੋਂ ਸਿੰਘਾਂ ਨੇ ਵਾਰ-ਵਾਰ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕੀਤੀਆਂ ਤੇ ਕਲਗੀਧਰ ਪਿਤਾ ਜੀ ਨੇ ਬਚਨ ਕੀਤੇ ਕਿ ਇਹਨਾਂ ਨੇ ਕੱਲ ਨੂੰ ਝੂਠੀਆਂ ਕਸਮਾਂ ਜੋ ਖਾ ਰਹੇ ਨੇ ਮਿੱਟੀ ਦੇ ਵਿੱਚ ਮਿਲਾ ਦੇਣੀਆਂ ਨੇ। ਇਹਨਾਂ
ਕਸਮਾਂ ਦੇ ਉੱਪਰ ਇਹ ਪਰਪੱਕ ਨਹੀਂ ਰਹਿਣੇ। ਜੇਕਰ ਤੁਹਾਨੂੰ ਵਿਸ਼ਵਾਸ ਨਹੀਂ, ਭਰੋਸਾ ਨਹੀਂ ਹੈ ਜੀ ਤੇ ਤੁਹਾਨੂੰ ਇਹਦਾ ਰਿਜ਼ਲਟ ਵੀ ਦਿਖਾ ਦਿੰਦੇ ਆ ਕਿ ਕਿਵੇਂ ਇਹ ਕਸਮਾਂ ਮਿੱਟੀ ਵਿੱਚ ਮਿਲਾਉਣਗੇ। ਉਸ ਸਮੇਂ ਗੁਰੂ ਸਾਹਿਬ ਜੀ ਨੇ ਜੋ ਕਿਲੇ ਦੇ ਅੰਦਰ ਔਰ ਮਰੇ ਹੋਏ ਘੋੜਿਆਂ ਦੀਆਂ ਹੱਡੀਆਂ ਸਨ, ਜਾਨਵਰਾਂ ਦੀਆਂ ਹੋਰ ਹੱਡੀਆਂ ਸੀ, ਉਹ ਸਾਰੀਆਂ ਗੱਡਿਆਂ ਦੇ ਉੱਤੇ ਲੱਦ ਕਰਕੇ, ਜੀ ਹੋਰ ਜਿਹੜਾ ਟੁੱਟ ਭੱਜ ਕਿਲੇ ਦੇ ਅੰਦਰ ਸੀ ਉਹ ਸਾਰੀ ਗੱਡਿਆਂ ਦੇ ਉੱਤੇ ਲੱਦ ਕਰਕੇ ਉੱਤੇ ਰੇਸ਼ਮੀ ਕੱਪੜਿਆਂ ਦੇ ਨਾਲ ਢੱਕ ਕਰਕੇ ਗੁਰੂ ਸਾਹਿਬ ਜੀ ਨੇ ਗੱਡਿਆਂ ਨੂੰ ਬਾਹਰ ਤੋਰ ਦਿੱਤਾ। ਔਰ ਉਸ ਸਮੇਂ ਜਦੋਂ ਤੁਰਕੀ ਫੌਜਾਂ ਨੇ, ਪਹਾੜੀ ਫੌਜਾਂ ਨੇ ਵੇਖਿਆ ਗੁਰੂ ਦਾ ਕੀਮਤੀ ਖਜ਼ਾਨਾ ਜਾ ਰਿਹਾ, ਜੀ ਉਹ ਲਾਲਚ ਦੇ ਵਿੱਚ ਆ ਕਰਕੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਮਿੱਟੀ ਵਿੱਚ ਮਿਲਾ ਕਰਕੇ ਉਹਨਾਂ ਗੱਡਿਆਂ ਦੇ ਉੱਤੇ ਜਦੋਂ ਹਮਲਾ ਕੀਤਾ, ਉੱਤੋਂ ਜਦੋਂ ਰੇਸ਼ਮੀ ਕੱਪੜੇ ਉਤਾਰੇ ਉਹਨਾਂ ਨੇ ਤੇ ਅੰਦਰੋਂ ਟੁੱਟ ਭੱਜ ਉਹਨਾਂ ਨੂੰ ਨਜ਼ਰ ਆਈ, ਹੱਡੀਆਂ ਨਜ਼ਰ ਆਈਆਂ, ਤੇ ਉਹ ਆਪਣੀਆਂ ਕੀਤੀਆਂ ਹੋਈਆਂ ਕਸਮਾਂ ਜਿਹੜੀਆਂ ਖਾਧੀਆਂ ਸੀ ਉਹਨਾਂ ਨੂੰ ਵੇਖ ਕਰਕੇ ਬੜੇ ਸ਼ਰਮਸ਼ਾਰ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਿੰਘਾਂ ਨੂੰ ਇਹ ਸਾਰਾ ਕੌਤਕ ਦਿਖਾ ਰਹੇ ਸਨ ਇਸੇ ਕਿਲੇ ਦੇ ਉੱਪਰ ਖੜ ਕੇ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੱਲ ਨੂੰ ਜੇ ਤੁਸੀਂ ਕਿਲਾ ਛੱਡ ਦਿੱਤਾ ਤੇ ਇਸ ਤਰ੍ਹਾਂ ਇਹਨਾਂ ਨੇ ਤੁਹਾਡੇ ਉੱਪਰ ਹਮਲੇ ਕਰਨੇ ਨੇ। ਆਖਰਕਾਰ ਫਿਰ ਵੀ ਸਿੱਖ ਮੰਨੇ ਨਹੀਂ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕਿਲੇ ਨੂੰ ਛੱਡਿਆ ਜਿਸ ਦੇ ਅਸੀਂ ਦਰਸ਼ਨ ਦਿਦਾਰੇ ਕਰ ਰਹੇ ਹਾਂ। ਹੁਣ ਇਹ ਕਿਲੇ ਦੇ ਵਿੱਚ ਐਂਟਰ ਹੋਵਾਂਗੇ ਅਸੀਂ। ਮੈਨੂੰ ਇਹ ਦੱਸੋ ਕਿ ਇਹ ਜਿਹੜਾ ਕਿਲਾ ਹੈ ਕਿੰਨਾ ਕੁ ਪੁਰਾਣਾ ਹੈ, ਕਿਉਂਕਿ ਜਿਹੜੀ ਹੁਣ ਇਮਾਰਤ ਅਸੀਂ ਦੇਖ ਰਹੇ ਹਾਂ ਕਿ ਇਹ ਪੁਰਾਣੀ ਇਮਾਰਤ ਹੈ ਜਾਂ ਇਹ ਬਾਅਦ ਦੇ ਵਿੱਚ ਉਸਾਰੀ ਗਈ? ਇਹ ਕਿਲਾ ਕਾਫੀ ਲੰਮਾ ਪੁਰਾਣਾ ਹੈ। ਇਸ ਕਿਲੇ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ ਜੀ, ਉਸ ਸਮੇਂ ਇੱਕ ਵਾਰ ਇਹ ਸਾਰਾ ਕਿਲਾ ਤੁਰਕੀ ਫੌਜਾਂ ਨੇ, ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਤਹਿਸ ਨਹਿਸ ਕਰ ਦਿੱਤਾ ਸੀ ਔਰ ਸਭ ਕੁਝ ਇੱਥੋਂ ਢਾਹ ਦਿੱਤਾ ਸੀ। ਔਰ ਬਾਅਦ ਦੇ ਵਿੱਚ ਥੋੜੇ ਸਮੇਂ ਬਾਅਦ ਹੀ ਇਸ ਕਿਲੇ ਦਾ ਨਿਰਮਾਣ ਦੁਬਾਰਾ ਫਿਰ ਕੀਤਾ ਗਿਆ। ਉਹਦੀਆਂ ਜਿਹੜੀਆਂ ਨੀਹਾਂ ਸੀ ਉਸੇ ਤਰ੍ਹਾਂ ਹੀ ਹੋਈਆਂ ਔਰ ਪੁਰਾਤਨ ਇੱਟ ਦੀਆਂ ਅੱਜ ਵੀ ਆਪਾਂ ਉਹ ਕਿਲਾ ਦੇਖ ਰਹੇ ਹਾਂ। ਕੁਝ ਜਿਹੜੀਆਂ ਨਿਸ਼ਾਨੀਆਂ ਸੀ ਉਹ ਉਸੇ ਤਰ੍ਹਾਂ ਹੀ ਪੁਰਾਣੀਆਂ ਅੱਜ ਵੀ ਨਜ਼ਰ ਆ ਰਹੀਆਂ ਇਸ ਕਿਲੇ ਦੇ ਅੰਦਰ। ਇਹ ਜਦੋਂ ਆਪਾਂ ਗੱਲ ਕਰਦੇ ਦਸਮ ਪਾਤਸ਼ਾਹ ਦੇ ਸਮੇਂ ਦੀ, ਜਿੰਨੇ ਏਰੀਆ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਹੈ, ਜੀ ਕਿ ਉਸ ਸਮੇਂ ਵੀ ਇੰਨੇ ਏਰੀਆ ਦੇ ਵਿੱਚ ਸੀ ਇਹ ਕਿਲਾ? ਉਸੇ ਸਮੇਂ ਵੀ ਇਹ ਕਿਲਾ ਇਸ ਇੰਨੇ ਏਰੀਏ ਦੇ ਵਿੱਚ ਸੀਗਾ ਤੇ ਇਹਦੇ ਨਾਲ ਹੀ ਪੁਰਾਤਨ ਪੌੜੀਆਂ ਵੀ ਪਿਛਲੇ ਪਾਸੇ ਤੋਂ ਚੜ੍ਹਦੀਆਂ, ਜਿੱਥੋਂ ਭਾਈ ਜੈਤਾ ਜੀ ਦਾ ਰਿਹਾਇਸ਼ ਸੀਗੀ, ਜਿੱਧਰੋਂ ਭਾਈ ਜੈਤਾ ਜੀ ਰਹਿੰਦੇ ਸੀ, ਉਧਰੋਂ ਪੁਰਾਣੀ ਇੱਟ ਦੀਆਂ ਵੱਡੀਆਂ ਪੌੜੀਆਂ ਨੇ ਉਹ ਵੀ ਨਜ਼ਰ ਆ ਰਹੀਆਂ ਨੇ। ਇਸ ਕਿਲੇ ਦੇ ਅੰਦਰ ਉਹ ਪੁਰਾਣੀ ਇੱਟ ਦੀ ਜਿਹੜੀ ਦੀਵਾਰ ਆ ਉਹ ਵੀ ਨਜ਼ਰ ਆ ਰਹੀ ਹੈ। ਸਾਧ ਸੰਗਤ ਤੁਸੀਂ ਦੇਖ ਸਕਦੇ ਹੋ, ਇਹ ਹੈ ਆਨੰਦਗੜ੍ਹ ਦਾ ਕਿਲਾ ਜਿਸ ਦੇ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਾ ਰਹੇ ਹਾਂ। ਇਸ ਪਾਵਨ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਹੈ। ਸੰਗਤਾਂ ਲਗਾਤਾਰ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ। ਬੜਾ ਉਤਸ਼ਾਹ ਸੰਗਤਾਂ ਵੱਲੋਂ ਦਿਖਾਇਆ ਜਾਂਦਾ ਹੈ ਇਸ ਕਿਲੇ ਦੇ ਦਰਸ਼ਨ ਦਿਦਾਰੇ ਕਰਨ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਇਹ ਛੋਟੇ ਕਮਰਾਨੁਮਾ ਜਿਹੜਾ ਹੈ ਇਹ ਹਾਲ ਬਣਿਆ ਹੋਇਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸੰਗਤ ਇੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚਦੀ ਹੈ। ਪੁਰਾਤਨ ਇੱਟਾਂ ਦੀਆਂ ਬਣੀਆਂ ਹੋਈਆਂ ਇਹ ਦੀਵਾਰਾਂ ਇਸ ਕਿਲੇ ਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਇਹ ਕਿਲਾ ਵਾਕਈ ਬਹੁਤ ਵੱਡੇ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਸਿੱਖਾਂ ਨੇ ਬਹੁਤ ਵੱਡਾ ਇਤਿਹਾਸ ਰਚਿਆ ਹੈ, ਵਿਸ਼ੇਸ਼ ਕਰਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ। ਸਰਬੰਸਦਾਨੀ ਹੋਣ ਦੀ ਗਾਥਾ ਜਿਹੜੀ ਹੈ ਉਹ ਇੱਕ ਤਰ੍ਹਾਂ ਇਸ ਕਿਲੇ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਇਸੇ ਥਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਰੀ ਜੰਗ ਲੜੀ ਸੀ, ਅਨੰਦਪੁਰ ਸਾਹਿਬ ਦੀ ਆਖਰੀ ਜੰਗ। ਫਿਰ ਕਿਲੇ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਸਨ। ਇਹ ਤਕਰੀਬਨ ਲਗਭਗ 350 ਸਾਲ ਦੇ ਕਰੀਬ ਤੇ 350 ਦੇ ਸਾਲ ਦੇ ਕਰੀਬ ਇਹ ਕਿਲਾ ਪੁਰਾਣਾ ਹੈ। ਪੁਰਾਣੀਆਂ ਇੱਟਾਂ ਨੇ ਔਰ ਉਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ, ਜਦੋਂ ਆਨੰਦਗੜ੍ਹ ਦੇ ਉੱਪਰ ਹਮਲਾ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਨੂੰ ਛੱਡ ਕੇ ਚਲੇ ਜਾਂਦੇ ਨੇ। ਉਸ ਸਮੇਂ ਇਹ ਕਿਲਾ ਢਾਹ ਦਿੱਤਾ ਗਿਆ ਸੀ, ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਫਿਰ ਉਸਾਰਿਆ ਗਿਆ। ਫਿਰ ਇਹ ਉਹਨਾਂ ਹੀ ਇੱਟਾਂ ਦਾ ਉਸਾਰਿਆ ਗਿਆ ਸੀ ਦੁਬਾਰਾ? ਉਹੀ ਇੱਟਾਂ ਨੇ ਇਹ ਦੁਬਾਰਾ। ਦੇਖੋ ਉਸ ਸਮੇਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਹੋਰ ਸੂਰਬੀਰ ਯੋਧੇ ਜਿਹੜੇ ਸੀ, ਜਦੋਂ ਸਰਹੰਦ ਨੂੰ ਉਹਨਾਂ ਨੇ ਉਜਾੜਿਆ, ਉਹਨਾਂ ਨੇ ਆ ਕੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ, ਜਿਵੇਂ ਸਰਦਾਰ ਬਘੇਲ ਸਿੰਘ ਜੀ, ਜਥੇਦਾਰ ਬਘੇਲ ਸਿੰਘ ਜੀ ਹੋਰੀ ਜੀ,
ਉਹਨਾਂ ਗੁਰਸਿੱਖਾਂ ਨੇ, ਸਾਡੇ ਬਜ਼ੁਰਗਾਂ ਨੇ ਉਹਨਾਂ ਇੱਟਾਂ ਨੂੰ ਸੰਭਾਲਿਆ। ਉਸੇ ਤਰ੍ਹਾਂ ਉਹਨਾਂ ਅਸਥਾਨਾਂ ਨੂੰ ਸੰਭਾਲ ਕਰਕੇ ਉਹਨਾਂ ਦੀ ਨਿਰਵਾਣਤਾ ਕੀਤੀ, ਨਵੇਂ ਸਿਰੋਂ ਉਹਨਾਂ ਦੀ ਉਸਾਰੀ ਕੀਤੀ। ਇਸ ਆਨੰਦਗੜ੍ਹ ਕਿਲੇ ਦੇ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜਿਹੜਾ ਸਾਹਮਣੇ ਅਸੀਂ ਦੇਖ ਰਹੇ ਹਾਂ? ਇਹ ਗੁਰੂ ਸਾਹਿਬ ਜੀ ਦਾ ਇਹ ਸਾਰਾ ਹੈ, ਕਿਲੇ ਦਾ ਹੀ ਹੈ ਇੱਕ ਰੂਪ। ਬਾਹਰ ਇੱਕ ਵਿਹੜਾ, ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਜੀ। ਔਰ ਬਾਅਦ ਵਿੱਚ ਬਾਬਾ ਲਾਭ ਸਿੰਘ ਜੀ, ਬਾਬਾ ਸੇਵਾ ਸਿੰਘ ਜੀ, ਉਹਨਾਂ ਨੇ ਇਸ ਸਥਾਨ ਦੀ ਸੇਵਾ ਕੀਤੀ ਆ। ਜੀ। ਇਹ ਕਿਲਾ ਜਾਣ ਕਰਕੇ ਵੀ ਕਿਲੇ ਨੂੰ ਸਿਰਫ ਕਿਲੇ ਦਾ ਰੂਪ ਦਿੱਤਾ ਜਾਵੇ, ਕਿਲੇ ਹੀ ਰੱਖਿਆ ਜਾਵੇ, ਜੀ। ਇਹਨੂੰ ਗੁਰਦੁਆਰੇ ਦਾ ਰੂਪ ਨਾ ਦਿੱਤਾ ਜਾਵੇ। ਇੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਇਸ ਲਈ ਗੁਰਦੁਆਰਾ ਸਾਹਿਬ ਸਾਹਮਣੇ ਉਸਾਰਨ ਕੀਤਾ। ਸਭ ਅਸੀਂ ਇਹ ਦਰਸ਼ਨ ਦਿਦਾਰੇ ਕੀਤੇ ਕਿਲਾ ਆਨੰਦਗੜ੍ਹ ਦੇ ਵੀ, ਤੇ ਨਾਲ ਗੁਰਦੁਆਰਾ ਆਨੰਦਗੜ੍ਹ ਸਾਹਿਬ ਦੇ ਵੀ। ਇਹ ਦੋਵੇਂ ਪਾਵਨ ਪਵਿੱਤਰ ਸਥਾਨ ਬਿਲਕੁਲ ਆਮੋ ਸਾਹਮਣੇ ਬਣੇ ਹੋਏ ਨੇ। ਇਸ ਤੋਂ ਇਲਾਵਾ ਕੋਈ ਹੋਰ ਯਾਦਗਾਰ ਹੈ ਇਸ ਪਾਵਨ ਪਵਿੱਤਰ ਸਥਾਨ ਦੇ ਜਿਹੜੀ ਯਾਦਗਾਰ ਪੁਰਾਤਨ ਇਤਿਹਾਸ ਦੇ ਨਾਲ ਸੰਬੰਧ ਰੱਖਦੀ ਹੋਵੇ? ਜੀ, ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਬੌਲੀ ਸਾਹਿਬ ਹੈ ਜੀ, ਜੋ ਕਾਫੀ ਥੱਲੇ ਉਤਰ ਕਰਕੇ ਆਪਾਂ ਜਾ ਸਕਦੇ, ਵੇਖ ਸਕਦੇ ਹਾਂ। ਤੇ ਉਸ ਦੀਆਂ ਤਕਰੀਬਨ 132 ਪੌੜੀਆਂ ਦੇ ਕਰੀਬ ਇਹ ਬੌਲੀ ਸਾਹਿਬ। ਇਹ ਬੌਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ 132 ਪੌੜੀਆਂ ਨੇ, ਇਹ ਬੌਲੀ ਸਾਹਿਬ ਕਦੋਂ ਬਣਾਈ ਗਈ, ਕਿਹਨਾਂ ਦੇ ਵੱਲੋਂ ਬਣਾਈ ਗਈ ਸੀ? ਇਹ ਬੌਲੀ ਸਾਹਿਬ ਉਸੇ ਸਮੇਂ ਤੋਂ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਬਣਾਈ ਗਈ ਕਿ ਜਦੋਂ ਬਾਹਰੋਂ ਸਾਰੇ ਪਾਣੀ ਬੰਦ ਹੋ ਗਿਆ, ਜੀ। ਉਸ ਸਮੇਂ ਫਿਰ ਇੱਥੋਂ ਗੁਰੂ ਸਾਹਿਬ ਜੀ ਨੇ ਇਹ ਬੌਲੀ ਤਿਆਰ ਕਰਵਾਈ ਸੀ। ਪਿਆਰੇ ਦਰਸ਼ਕੋ, ਇਹ ਸਨ ਭਾਈ ਫੂਲਾ ਸਿੰਘ ਜੀ, ਮੁੱਖ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਨ੍ਹਾਂ ਨੇ ਆਨੰਦਗੜ੍ਹ ਕਿਲੇ ਦੇ ਇਤਿਹਾਸ ਬਾਰੇ ਵੀ ਦੱਸਿਆ ਤੇ ਨਾਲ 132 ਪੌੜੀਆਂ ਵਾਲੀ ਉਹ ਬੌਲੀ ਦੇ ਵੀ ਦਰਸ਼ਨ ਕਰਾਏ, ਜਿਹੜੀ ਬੌਲੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਦੀ ਹੈ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਸੂਰਬੀਰ ਯੋਧੇ ਇਸ ਬੌਲੀ ਦੇ ਵਿੱਚੋਂ ਹੀ ਜਲ ਛਕਿਆ ਕਰਦੇ ਸਨ। ਉਮੀਦ ਕਰਦੇ ਹਾਂ ਤੁਹਾਨੂੰ ਇਹਨਾਂ ਸਾਰੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਕੇ ਬਹੁਤ ਸਕੂਨ ਮਿਲਿਆ ਹੋਵੇਗਾ। ਤੁਹਾਨੂੰ ਫਿਰ ਕਿਸੇ ਹੋਰ ਧਾਰਮਿਕ ਅਸਥਾਨ ਦੇ ਦਰਸ਼ਨ ਦਿਦਾਰੇ ਕਰਾਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।